ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ ਸਾਚ ਕਰ ਹਮ ਗਾਠ ਦੀਨੀ, ਛੋੜ ਪਰਮ ਨਿਧਾਨੰ ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ ਸਾਚ ਕਰ ਹਮ ਗਾਠ ਦੀਨੀ, ਛੋੜ ਪਰਮ ਨਿਧਾਨੰ ਬਾਬਾ ਮਾਇਆ ਮੋਹਿਤ ਕੀਨਾ, ਜਿਨ ਗਿਆਨ ਰਤਨ ਹਿਰ ਲੀਨਾ, ਰਹਾਉ ਨੈਣ ਦੇਖ ਪਤੰਗ ਉਰਜਾ, ਕਾਲ ਫਾਸ ਨਾ ਮੁਗਧ ਚੇਤਾ, ਕਾਨਿਕ ਕਾਮਿਨ ਲਾਗ, ਕਰ ਵਿਚਾਰ ਵਿਕਾਰ ਪਰ ਹਰ, ਤਰਨ ਤਾਰਨ ਸੋਈ, ਕਹੇ ਕਬੀਰ ਜਗ ਜੀਵਨ ਐਸਾ, ਦੁਤੀਆ ਨਾਹੀ ਕੋਈ, ਕਰ ਵਿਚਾਰ ਵਿਕਾਰ ਪਰ ਹਰ, ਤਰਨ ਤਾਰਨ ਸੋਈ, ਕਹੇ ਕਬੀਰ ਜਗ ਜੀਵਨ ਐਸਾ, ਦੁਤੀਆ ਨਾਹੀ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਵਡਭਾਗੀ ਪਾਇਆ ਐਸਾ, ਗੁਰ ਵਡਭਾਗੀ ਪਾਇਆ, ਗੁਰ ਵਡਭਾਗੀ ਗੁਰ ਵਡਭਾਗੀ ਪਾਇਆ ਐਸਾ, ਗੁਰ ਵਡਭਾਗੀ ਪਾਇਆ, ਗੁਰ ਵਡ ਭੂਲੇ ਮਾਰਗ ਜਿਨੈ ਦਿਖਾਇਆ, ਭੂਲੇ ਮਾਰਗ ਜਿਨੈ ਦਿਖਾਇਆ, ਐਸਾ ਗੁਰ ਵਡਭਾਗੀ ਪਾਇਆ, ਐਸਾ ਗੁਰ ਵਡਭਾਗੀ ਪਾਇਆ, ऐसे गुरु को बल बल जाइए, ऐसे गुरु को बल बल जाइए, आप मुकुट मोहे तारे, आप मुकुट मोहे तारे, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗਿਆਨ ਪ੍ਰਕਾਸ਼ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ
ਸੁਸ਼ੋਭਤ ਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਤਥਾ ਮੀਡੀਆ ਦੇ ਰਾਹੀਂ PTC ਰਾਹੀਂ ਘਰਾਂ ਵਿੱਚ ਬੈਠੇ ਦੇਸ਼ ਵਿਦੇਸ਼ ਵਿੱਚ ਬੈਠੇ ਹੋਏ ਆਪ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਪਾਵਨ ਹੁਕਮ ਜੋ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਆ, ਤਿਸ ਦਾ ਮੂਲ ਪਾਠ ਸ਼ੁੱਧ ਪਾਠ ਮਾਨਯੋਗ ਸਨਮਾਨਯੋਗ ਗਿਆਨੀ ਦਿਲਰਾਜ ਸਿੰਘ ਹੋਣਾ ਕੋਲੋਂ ਆਪ ਜੀ ਨੇ ਸਰਵਣ ਕੀਤਾ। ਪਾਵਨ ਹੁਕਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਨੰਬਰ 482 ਤੇ ਸੁਸ਼ੋਭਤ ਹੈ। ਸ਼ਬਦ ਦੇ ਰਚੇਤਾ ਨੇ ਭਗਤ ਕਬੀਰ ਜੀ ਔਰ ਆਸਾ ਰਾਗ ਦਾ ਇਹ ਪਾਵਨ ਸ਼ਬਦ ਹੈ। ਭਗਤ ਕਬੀਰ ਜੀ ਇਸ ਸ਼ਬਦ ਰਾਹੀਂ ਜੋ ਸਾਨੂੰ ਗਿਆਨ ਦੇ ਰਹੇ ਨੇ, ਸਮਝਾ ਰਹੇ ਨੇ, ਉਸ ਨੂੰ ਗੁਰੂ ਕਿਰਪਾ ਸਦਕਾ ਸਮਝੀਏ ਔਰ ਇਹ ਸਮਝ ਜੋ ਇਸ ਸ਼ਬਦ ਰਾਹੀਂ ਸਾਨੂੰ ਦਿੱਤੀ ਜਾ ਰਹੀ ਹੈ, ਇਹ ਸਾਡੇ ਜੀਵਨ ਦਾ ਅੰਗ ਬਣ ਜਾਏ। ਇਹ ਕੇਵਲ ਕਹਿਣ ਤੇ ਸੁਣਨ ਤੱਕ ਸੀਮਤ ਨਾ ਰਹਿ ਜਾਏ, ਕਿਉਂਕਿ ਜਿੰਨੀ ਦੇਰ ਵਿਚਾਰ ਗੁਰੂ ਕੇ ਹਿਰਦੇ ਵਿੱਚ ਪ੍ਰਵੇਸ਼ ਨਾ ਕਰਨ, ਸੱਚ ਜਾਣਿਓ ਬੰਦਾ ਤਬਦੀਲ ਨਹੀਂ ਹੁੰਦਾ। ਸੁਣਨ ਦੇ ਨਾਲ ਸਕੂਨ ਮਿਲਦਾ, ਚੈਨ ਮਿਲਦਾ ਹੈ। ਅਗਰ ਸੁਣਨ ਦੇ ਨਾਲ ਸਕੂਨ ਤੇ ਚੈਨ ਨਾ ਮਿਲਦਾ ਹੋਏ ਤੇ ਫਿਰ ਅਸੀਂ ਕਿਉਂ ਗੁਰਬਾਣੀ ਨੂੰ ਸੁਣੀਏ? ਜੇ ਚੈਨ ਨਾ ਮਿਲਦਾ ਹੋਏ, ਮਿਲਦਾ ਹੈ। ਪਰ ਰਿਐਲਿਟੀ ਇਹ ਹੈ ਕਿ ਤਬਦੀਲੀ ਗੁਰਬਾਣੀ ਦੇ ਮੁਤਾਬਕ ਚੱਲਿਆ ਹੀ ਹੋਣੀ ਹੈ, ਨਾ ਕਹਿਣ ਨਾਲ ਹੋਣੀ ਹੈ, ਨਾ ਸੁਣਨ ਨਾਲ ਹੋਣੀ ਹੈ। ਪਰਮ ਭਗਤ ਕਬੀਰ ਜੀ ਇਸ ਮੁਬਾਰਕ ਹੁਕਮ ਦੀ ਪ੍ਰਥਮ ਪੰਕਤੀ ਅੰਦਰ ਇਵੇਂ ਬਚਨ ਕਰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ। ਕਬੀਰ ਜੀ ਬਚਨ ਕਰਦੇ ਨੇ ਜਗ ਦਾ ਅਰਥ ਹੈ ਜਗ ਦੇ ਵਿੱਚ। ਜਗਤ ਦੇ ਵਿੱਚ ਜੀਵਨ ਬੰਦੇ ਦਾ ਇਹੋ ਜਿਹਾ ਹੈ, ਇੱਦਾਂ ਦਾ ਹੈ। ਕਿਹੋ ਜਿਹਾ? ਅੱਗੇ ਜਵਾਬ ਦਿੰਦੇ ਨੇ ਸੁਪਨੇ ਜੈਸਾ। ਪਿਆਰਿਆ, ਜੀਵਨ ਸੁਪਨੇ ਦੀ ਤਰ੍ਹਾਂ। ਔਰ ਐਸਾ ਕੋਈ ਪ੍ਰਾਣੀ ਨਹੀਂ ਹੋਏਗਾ ਜਿਹਨੇ ਜ਼ਿੰਦਗੀ ਵਿੱਚ ਕਦੀ ਸੁਪਨਾ ਨਹੀਂ ਦੇਖਿਆ ਹੋਏਗਾ। ਜਦ ਸੁਪਨਾ ਦੇਖਦੇ ਹਾਂ ਤੇ ਅਸੀਂ ਗਹਿਰੀ ਨੀਂਦ ਵਿੱਚ ਹੁੰਦੇ ਹਾਂ, ਡੀਪ ਸਲੀਪ ਹੁੰਦੇ ਹਾਂ। ਗਹਿਰੀ ਨੀਂਦ ਤੋਂ ਬਿਨਾਂ ਸੁਪਨਾ ਨਹੀਂ ਦੇਖਿਆ ਜਾਂਦਾ। ਸੁਪਨਾ ਨੀਂਦ ਵਿੱਚ ਆਏਗਾ। ਔਰ ਜਦੋਂ ਅਸੀਂ ਸੁਪਨਾ ਦੇਖਦੇ ਹਾਂ, ਜਿਹੜੀ ਤਵੱਜੋ ਬਖਸ਼ਣਾ, ਸੁਪਨਾ ਦੇਖਦਿਆਂ ਕਦੀ ਸੁਪਨੇ ਤੇ ਸ਼ੱਕ ਹੋਇਆ, ਸੰਦੇਹ ਹੋਇਆ ਵੀ ਇਹ ਸੁਪਨਾ? ਜਿੰਨੀ ਦੇਰ ਦੇਖਦੇ ਹਾਂ ਸੁਪਨਾ ਸੱਚ ਲੱਗਦਾ ਹੈ, ਪਰ ਕੀ ਸੱਚ ਹੁੰਦਾ? ਉਨੀ ਦੇਰ ਸੱਚ ਲੱਗਦਾ, ਸੱਚ ਭਾਸਦਾ ਹੈ ਜਿੰਨੀ ਦੇਰ ਅਸੀਂ ਸੁੱਤੇ ਹੋਏ ਹਾਂ। ਔਰ ਬੰਦਾ ਸੌਂ ਕੇ ਕੇਵਲ ਸੁਪਨਾ ਹੀ ਦੇਖ ਸਕਦਾ, ਹੋਰ ਕੁਛ ਨਹੀਂ ਕਰ ਸਕਦਾ। ਦੁਨੀਆ ਦਾ ਕੋਈ ਵੀ ਸਿਰਜਣਾਤਮਕ ਕੰਮ, ਦੁਨੀਆ ਦਾ ਕੋਈ ਵੀ ਵੱਡਾ ਕੰਮ ਜਾਗ ਕੇ ਹੀ ਹੁੰਦਾ ਹੈ। ਤੇ ਬਾਬਾ ਜੀ ਕਹਿਣ ਲੱਗੇ, ਬੰਦੇ ਨੇ ਇਸ ਜੀਵਨ ਨੂੰ ਜੋ ਸੁਪਨੇ ਦੀ ਤਰ੍ਹਾਂ, ਸੁਪਨਾ ਦੇਖਦਿਆਂ ਕਦੀ ਸੁਪਨੇ ਤੇ ਸ਼ੱਕ ਨਹੀਂ ਹੁੰਦਾ, ਸੰਦੇਹ ਨਹੀਂ ਹੁੰਦਾ। ਔਰ ਇਹ ਵੀ ਸੱਚ ਹੈ ਕਿ ਸੁਪਨਾ ਝੂਠ ਹੁੰਦਾ ਹੈ। ਬਾਬਾ ਜੀ ਦੇ ਬਚਨ ਨੇ, ਝੂਠੈ ਮਾਨ ਕਹਾਂ ਕਰੈ, ਜਗ ਸੁਪਨੇ ਜਿਉ ਜਾਨ, ਇਨਮੈ ਕਛ ਸਾਚੋ ਨਹੀਂ।
ਜਗਤ ਵਿੱਚ ਸਦਾ ਥਿਰ ਰਹਿਣ ਵਾਲਾ ਕੁਝ ਹੈ? ਕੁਛ ਵੀ ਸਦਾ ਥਿਰ ਰਹਿਣ ਵਾਲਾ ਨਹੀਂ ਹੈ। ਸੁਪਨੇ ਦੀ ਤਰ੍ਹਾਂ ਸੁਪਨਾ ਟੁੱਟਦਾ ਹੈ ਜਦ ਬੰਦਾ ਜਾਗਦਾ ਹੈ। ਸੁੱਤਿਆਂ ਕਦੀ ਸੁਪਨਾ ਨਹੀਂ ਟੁੱਟਦਾ। ਹੁਣ ਇੱਕ ਸੁਪਨਾ ਦਾਨੇ ਲੋਕ ਆਖਦੇ ਨੇ, ਦਾਨਿਸ਼ਮੰਦ ਲੋਕਾਂ ਦਾ ਕਹਿਣਾ ਹੈ, ਇੱਕ ਸੁਪਨਾ ਬੰਦਾ ਸੌਂ ਕੇ ਦੇਖਦਾ ਹੈ, ਇੱਕ ਬੰਦਾ ਸੁਪਨਾ ਜਾਗਦਿਆਂ ਦੇਖਦਾ ਹੈ। ਜਗਤ ਜਾਗਦਾ ਸੁਪਨਾ ਹੈ ਔਰ ਇਹ ਸੁਪਨਾ ਟੁੱਟਦਾ ਹੈ। ਪਤਾ ਕਦੋਂ ਟੁੱਟਦਾ ਹੈ? ਇਹ ਪਤਾ ਲੱਗਦਾ ਹੈ ਵੀ ਜਗਤ ਸੱਚ ਨਹੀਂ ਸੀ, ਇੱਥੇ ਸਦੀਵੀ ਨਹੀਂ ਸੀ ਰਹਿਣਾ। ਜਦੋਂ ਸੁਪਨਾ ਟੁੱਟਦਾ ਉਦੋਂ ਬੰਦੇ ਦੇ ਪੱਲੇ ਕੁਛ ਨਹੀਂ ਹੁੰਦਾ। ਕਬੀਰ ਜੀ ਦੇ ਅੰਮ੍ਰਿਤ ਪਵਿੱਤਰ ਬਚਨ ਨੇ, ਕਹੋ ਕਬੀਰ ਤਬ ਹੀ ਨਰ ਜਾਗੈ। ਉਦੋਂ ਬੰਦਾ ਜਾਗਦਾ ਹੈ। ਕਿਦੋਂ? ਜਮ ਕਾ ਡੰਡ ਮੂੰਡ ਮੈਂ ਲੱਗੈ। ਜਦੋਂ ਜਮ ਦਾ ਡੰਡਾ ਸਿਰ ਵਿੱਚ ਆ ਕੇ ਵੱਜਦਾ, ਜਦ ਮੌਤ ਸਾਹਮਣੇ ਹੁੰਦੀ ਤੇ ਬੰਦਾ ਜਾਗਦਾ ਹੈ। ਤੇ ਜੇ ਮੌਤ ਆਣ ਤੇ ਬੰਦਾ ਜਾਗਿਆ ਤੇ ਕੀ ਜਾਗਿਆ? ਉਦੋਂ ਪੱਲੇ ਕੀ ਹੋਏਗਾ? ਕੁਛ ਵੀ ਨਹੀਂ ਹੋਏਗਾ। ਇਹਨਾਂ ਮਹਾਂਪੁਰਖਾਂ ਨੇ ਸਾਨੂੰ ਸਮਝਾਣਾ ਕੀਤਾ, ਇਹ ਬੰਦੇ ਜਾਗ। ਜਗਤ ਸੁਪਨੇ ਦੀ ਤਰ੍ਹਾਂ ਇੱਕ ਦਿਨ ਟੁੱਟੇਗਾ, ਇੱਥੋਂ ਇੱਕ ਦਿਨ ਜਾਏਗਾ। ਪਰ ਬੰਦੇ ਨੇ ਇਸ ਜਾਗਦੀ ਅੱਖ ਦੇ ਸੁਪਨੇ ਨੂੰ ਸਦੀਵੀ ਮੰਨ ਲਿਆ। ਭਗਤ ਜੀ ਦੇ ਬਚਨ ਨੇ, ਜਗਤ ਅੰਦਰ ਜੀਵਨ ਐਸਾ ਸੁਪਨੇ ਜੈਸਾ। ਸੁਪਨੇ ਵਰਗਾ ਭਾਵ ਸੁਪਨਾ ਸਦੀਵੀ ਨਹੀਂ ਹੁੰਦਾ। ਸਾਡਾ ਸਰੀਰ ਸਦੀਵੀ ਹੈ, ਅਸੀਂ ਸਦੀਵੀ ਹਾਂ। ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਪਾਵਨ ਪਵਿੱਤਰ ਬਚਨ ਨੇ, ਕਹਿ ਲਗੇ ਤੇਰੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਬਿਨਸ ਰਿਹਾ, ਸਦੀਵੀ ਨਹੀਂ ਆ। ਗੁਰੂ ਗ੍ਰੰਥ ਸਾਹਿਬ ਅੰਦਰ ਭਗਤ ਫਰੀਦ ਜੀ ਦੇ ਬਚਨ ਨੇ। ਭਗਤ ਜੀ ਕਹਿਣ ਲੱਗੇ, ਅੱਖਾਂ ਦੇ ਦੇਖਦਿਆਂ ਦੇਖਦਿਆਂ ਚੱਬਣ ਜਿਹੜੇ ਦੰਦ ਰੱਬ ਨੇ ਦਿੱਤੇ ਸੀ ਉਹ ਵੀ ਸਾਥ ਛੱਡ ਗਏ ਨਾ। ਚੱਲਣ ਜਿਹੜੇ ਕਦਮ, ਜਿਹੜੀਆਂ ਟੰਗਾਂ ਪਰਮਾਤਮਾ ਨੇ ਦੇ ਕੇ ਭੇਜਿਆ ਸੀ, ਹੈਰਾਨੀ ਦੀ ਗੱਲ ਹੈ ਜੀਂਦਿਆਂ ਜੀ ਉਹ ਵੀ ਸਾਥ ਛੱਡ ਜਾਂਦੀਆਂ ਨੇ। ਚੱਬਣ, ਚੱਲਣ, ਰਤਨ ਮੀਨਿੰਗ ਅੱਖਾਂ। ਜਿਹੜੀਆਂ ਅੱਖਾਂ ਰੱਬ ਨੇ ਦੇ ਕੇ ਭੇਜੀਆਂ, ਨਾਲ ਲੈ ਕੇ ਆਇਆ, ਅੱਖਾਂ ਨਾਲ ਲੈ ਕੇ ਆਇਆ ਨਾ। ਕਹਿਣ ਲੱਗੇ ਜੀਂਦਿਆਂ ਜੀ ਇਹ ਵੀ ਸਾਥ ਛੱਡ ਜਾਂਦੀਆਂ ਨੇ। ਇਹ ਲੱਗੇ ਹੋਏ ਚਸ਼ਮੇ ਕਿਸ ਗੱਲ ਦਾ ਲਖਾਇਕ ਹੈ ਕਿ ਅੱਖਾਂ ਨੇ ਸਾਥ ਛੱਡਣਾ ਸ਼ੁਰੂ ਕਰ ਦਿੱਤਾ। ਸੇ ਸੁਣੀਅਰ ਬਹਿ ਗਏ। ਕਬੀਰ ਜੀ ਕਹਿਣ ਲੱਗੇ ਹੈਰਾਨੀ ਦੀ ਗੱਲ ਇਹ ਹੈ ਕਿ ਤੇਰੇ ਕੰਨ ਵੀ ਬਹਿ ਗਏ, ਕੰਨ ਵੀ ਜੀਂਦਿਆਂ ਜੀ ਸਾਥ ਛੱਡ ਗਏ। ਇਹਦਾ ਅਰਥ ਹੈ ਵੀ ਸਾਡਾ ਤੇ ਆਪਣੀ ਬੋਡੀ ਤੇ ਕੰਟਰੋਲ ਨਹੀਂ ਆ। ਅਸੀਂ ਆਪਣੇ ਸਰੀਰ ਦੇ ਮਾਲਕ ਹਾਂ। ਬਚਪਨ ਗੁਜ਼ਰ ਗਿਆ, ਅਸੀਂ ਰੋਕ ਨਹੀਂ ਸਕੇ। ਜਵਾਨੀ ਗੁਜ਼ਰ ਗਈ, ਜਿਸ ਨੂੰ ਜਾਨ ਨਹੀਂ ਸੀ ਦੇਣਾ ਚਾਹੁੰਦੇ। ਕੋਈ ਜਵਾਨੀ ਨੂੰ ਜਾਨ ਦੇਣਾ ਚਾਹੁੰਦਾ ਪਰ ਰੁਕਦੀ ਆ। ਬਾਬਾ ਜੀ ਦੇ ਬਚਨ ਨੇ, ਕਹਿਣ ਲੱਗੇ ਜਵਾਨੀ ਤੇਰੀ ਗੁਜ਼ਰ ਗਈ, ਬਚਪਨ ਤੇਰਾ ਗੁਜ਼ਰ ਗਿਆ, ਜਿਸ ਨੂੰ ਆਣ ਨਹੀਂ ਸੀ ਦੇਣਾ ਚਾਹੁੰਦਾ ਬੁਢੇਪਾ। ਉਹ ਡੰਕੇ ਦੀ ਚੋਟ ਵਜਾ ਕੇ ਆਇਆ ਵੀ ਮਿੱਤਰਾ ਆ ਗਿਆ ਈ। ਤੇਰੇ ਜੀਂਦਿਆਂ ਜੀ ਇਹ ਸੁਪਨੇ ਦੀ ਤਰ੍ਹਾਂ ਚਲੇ ਗਏ, ਤੂੰ ਰੋਕ ਨਹੀਂ ਸਕਿਆ, ਤੂੰ ਬਚਪਨ ਨਹੀਂ ਰੋਕ ਸਕਿਆ। ਐ ਬੰਦਿਆ ਤੂੰ ਜਵਾਨੀ ਨਹੀਂ ਰੋਕ ਸਕਿਆ, ਤੂੰ ਬਜ਼ੁਰਗੀ ਨੂੰ ਨਹੀਂ ਰੋਕ ਸਕਿਆ। ਜੇ ਤੇਰੀ ਜਵਾਨੀ ਸੱਚ ਨਹੀਂ ਆ, ਬਚਪਨ ਸੱਚ ਨਹੀਂ ਆ, ਤੇ ਯਾਦ ਰੱਖੀ ਇਹ ਸਰੀਰ ਵੀ ਸੱਚ ਨਹੀਂ ਹੈ, ਇੱਕ ਦਿਨ ਜਾਏਗਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ। ਮੈਂ ਕਈ ਵਾਰ ਬੰਗਲਾ ਸਾਹਿਬ ਤੋਂ ਵੀ ਬੇਨਤੀ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਬੰਦਿਆ ਕਾਹਦਾ ਗੁਮਾਨ ਕਰਦਾ,
कि मेरे कोल बहुत कुछ है। याद रख, जो कुछ तेरे कोल है ना, वो शरीर करके है। शरीर है, ਧੀਆਂ पुत्र ने अपने लगते ने। शरीर है, दौलत तेरी है। पर सच करके जानी भी जद जाएगा ना तो शरीर भी छड्ड के जाएगा, शरीर का सुपना भी टुटेगा। हजूर दे बचन ने कह लगे, जो तन उपजिया संग ही, वो प्यारिया जेड़ा तन तेरे नाल आया सी, सो भी संग न होवा। किस दा तन नाल जांदियां देखे? बाबा नानक साहब के जीवन च कथा है, तुसी सुनी होएगी बड़ी बार, मैं बेनती कर जावां। बाबा जी लाहौर गए तो दुनी चंद नूं हजूर ने जाके करतार्थ किया, निहाल किया। जद सरकार चलन लगी ना तो दुनी चंद हाथ जोड़ के कह लगा, महाराज कोई सेवा बख्शो। सतगुरु कह लगे, सेवा कर लेंगा? कह लगा, महाराज जी सेवा बख्शो तो सही, जे सेवा बख्शोगे तो आप करा भी लोगे। महाराज ने ना एक सूई दी, साखी तुसीं सुनी है। बाबा जी कह लगे, सूई लै जा। जो वो लैके तुरया ना तो हजूर कह लगे, अगे जाके ले लांगे, अगे। बाबे ने सूई दी है। मैं बेनती तुहाडे चरणों च करा, बंदा छुरी बन के जी रहा है, बंदा कैंची बन के जी रहा है। जे जीना तो सूई की तरह जीवो। है छोटी है, पर जद भी काम कर दी है जोड़न का कर दी है। जे जीना तो ताले की तरह नहीं, जिंदरे की तरह नहीं, कुंजी की तरह जीए। सब तो छोटी है, घर में सब तो छोटी कुंजी हुंदी है जब असीं बाहर तुरदे हां दरवाजे नूं ताला ला के। पर निकी जी कुंजी घर खोल दिंदी है। निकी जी सूई दो फाड़ होए पाटे हुए कपड़े नूं सी दिंदी है। बाबा जी कुछ होर भी दे सकते सन, बाबा जी ने सूई दी। बाबे ने सूई दे नाल विचार दी सूई, ज्ञान दी सूई, जिदे नाल ये टुटिया होया रब नाल जुड़ जांदा। मैनू खिमा करियो, रब दे बंदियां दा हर एक शब्द सूई दी तरह रब नाल गंढ दिंदा है। और ये ज्ञान दी सूई बाबा नानक साहब ने वरती। कह लगे, लै जा सूई। चला गया। महापुरुख ज्ञानी संत सिंह जी मस्कीन क्या करते सन कि बंदा माया के प्रति तो जाग रहा है, पर परमात्मा के प्रति सुता होया वा। ये माया की कीमत जानता है, भजन की कीमत नहीं जानता। ये धन की कीमत जानता है, धर्म की कीमत नहीं जानता। ये माया के प्रति बिल्कुल सजग है, जाग रहा है भी किवें इकट्ठी करनी। लै गया। जदों सूई घर विच लुका रहा ना, छुपा रहा, तो यदी धर्म पत्नी सजग सी, जागी हुई सी। वो कह लगी, सिर दे साईं जी की कर रहे हो, की लुका रहे हो? कह लगा, बाबा नानक साहब जी ने सूई दी सच्ची सरकार ने। कादे लिए? उन्हें क्या अगे जाके ले लांगे। वो दानी औरत कह लगी, सिर दे साईं, अरे जिन्ना हत्थां विच सूई पकड़ के लियाए, ये हाथ भी नाल जाणगे? जांदे ने। ये तो हाथ भी नाल नहीं जाने, तो सूई किवें लैके जाओगे? बाबा जी दे कोल आ गया। कह लगा, बाबा वाकया सेवा नहीं हो सकती। ये सूई बाबा नाल नहीं जानी, अगे नहीं जानी। सतगुरु कह लगे, वाह दुनी चंदा वाह, वाह जगत दे लोगो वाह।
ਬੰਦਾ ਇੱਕ ਸੂਈ ਖੜਨ ਦੀ ਸਮਰੱਥਾ ਨਹੀਂ ਰੱਖਦਾ। ਪਰ ਗਜ਼ਬ ਦੀ ਗੱਲ ਹੈ ਕਿ ਗੁਨਾਹ ਕਰ ਕਰਕੇ ਕਰੋੜਾਂ ਇਕੱਠੇ ਕਰਦਾ ਹੈ। ਬਾਬਾ ਜੀ ਕਹਿਣ ਲੱਗੇ ਦੁਨੀ ਚੰਦਾ ਸੂਈ ਨਾਲ ਨਹੀਂ ਜਾਣੀ, ਤੇ ਜਿਹੜਾ ਪਾਪ ਕਰ ਕਰਕੇ ਧਨ ਇਕੱਠਾ ਕੀਤਾ ਨਾਲ ਜਾਏਗਾ, ਉਹ ਫਿਰ ਚਰਨਾਂ 'ਚ ਡਿੱਗਿਆ। ਪਹਿਲਾਂ ਸ਼ਿਸ਼ਟਾਚਾਰ ਨਿਭਾ ਰਿਹਾ ਸੀ, ਫਿਰ ਚਰਨਾਂ 'ਚ ਮੱਥਾ ਟੇਕ ਕੇ ਕਹਿਣ ਲੱਗਾ ਬਾਬਾ ਦੱਸ ਸਹੀ ਵੀ ਬੰਦੇ ਨਾਲ ਜਾਂਦਾ ਕੀ ਹੈ, ਬੰਦੇ ਦਾ ਸਾਥੀ ਕੀ ਆ? ਸੁਪਨਾ ਸਾਡਾ ਸਾਥੀ ਨਹੀਂ ਹੁੰਦਾ। ਸੁਪਨੇ ਤੇ ਜ਼ੋਰ ਚੱਲ ਸਕਦਾ, ਸੁਪਨੇ ਤੇ ਜ਼ੋਰ ਵੀ ਨਹੀਂ ਚੱਲਦਾ। ਜੀਵਨ ਤੇ ਜ਼ੋਰ ਚੱਲ ਸਕਦਾ, ਇੰਨੀ ਦੇਰ ਜੀਣਾ। ਆ ਜਿੰਨੇ ਵੀ ਅਸੀਂ ਬੈਠੇ ਹਾਂ, ਸਾਨੂੰ ਕਿਸੇ ਨੂੰ ਪਤਾ ਵੀ ਸਾਡੇ ਜੀਵਨ ਦਾ ਸੁਪਨਾ ਕਦੋਂ ਟੁੱਟਣਾ। ਇੱਕ ਬੰਦੇ ਨੂੰ ਪਤਾ ਵੀ ਕਦੋਂ ਜਾਣਾ, ਕਿੰਨੀ ਦੇਰ ਲਈ ਆਏ ਆ, ਕਿਸੇ ਨੂੰ ਕੁਛ ਪਤਾ ਨਹੀਂ। ਪਰ ਇਹ ਰਿਐਲਿਟੀ ਹੈ ਕਿ ਸੁਪਨਾ ਟੁੱਟਣਾ ਹੈ। ਸੁਪਨਾ ਸਦੀਵੀ ਨਹੀਂ ਹੋ ਸਕਦਾ, ਜੀਵਨ ਸਦੀਵੀ ਨਹੀਂ ਹੋ ਸਕਦਾ। ਉਹ ਹੱਥ ਜੋੜ ਕੇ ਕਹਿਣ ਲੱਗਾ ਬਾਬਾ ਹੱਥ ਵੀ ਨਾਲ ਨਹੀਂ ਜਾਣੇ, ਸੂਈ ਖੜਨ ਦੀ ਸਮਰੱਥਾ ਨਹੀਂ ਆ, ਬੰਦੇ ਨਾਲ ਕੁਝ ਜਾਂਦਾ ਹੈ। ਬਾਬਾ ਜੀ ਕਹਿਣ ਲੱਗੇ ਹੈ ਜਾਂਦਾ, ਬੰਦਾ ਖਾਲੀ ਨਹੀਂ ਜੇ ਜਾਂਦਾ, ਛੱਡ ਕੇ ਵੀ ਜਾਂਦਾ ਤੇ ਲੈ ਕੇ ਵੀ ਜਾਂਦਾ ਹੈ। ਬਾਬਾ ਜੀ ਕਹਿਣ ਲੱਗੇ ਪਹਿਲਾ ਸਾਥੀ ਆ ਬੰਦੇ ਦੀ ਮਾਇਆ। ਬੰਦਾ ਮਾਇਆ ਨੂੰ ਇੰਨਾ ਪਿਆਰ ਕਰਦਾ ਹੈ ਕਿ ਮਾਇਆ ਤੋਂ ਵੱਧ ਬੰਦਾ ਕਿਸੇ ਨਾਲ ਸਨੇਹ ਨਹੀਂ ਕਰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ ਨੇ, ਪ੍ਰਾਣ ਮਾਨ, ਬੰਦਾ ਪ੍ਰਾਣ ਗਵਾ ਕੇ ਵੀ ਮਾਇਆ ਇਕੱਠੀ ਕਰਦਾ। ਮਰ ਜਾਵਾਂ ਮਾਇਆ ਮਿਲਣੀ ਚਾਹੀਦੀ। ਐਸਾ ਵੀ ਦੇਖਿਆ ਜੇ ਬੰਦਾ ਇੱਜ਼ਤ ਗਵਾ ਕੇ ਵੀ ਮਾਇਆ ਇਕੱਠੀ ਕਰਦਾ। ਐਸੇ ਲੋਕ ਬਥੇਰੇ ਦੇਖੇ, ਕੋਈ ਇੱਜ਼ਤ ਨਹੀਂ, ਕੋਈ ਸਤਿਕਾਰ ਨਹੀਂ। ਲੋਕਾਂ ਦੇ ਸ਼ਬਦਾਂ ਵਿੱਚ, ਲੋਕਾਂ ਦੇ ਹਿਰਦੇ ਵਿੱਚ ਬੰਦਾ ਇੱਜ਼ਤ ਗਵਾ ਕੇ ਵੀ ਮਾਇਆ ਇਕੱਠੀ ਕਰਦਾ। ਤੇ ਗੁਰਬਾਣੀ ਪਤਾ ਕੀ ਆਖਦੀ ਹੈ ਕਿ ਜੇ ਤੇਰੀ ਇੱਜ਼ਤ ਹੀ ਨਹੀਂ ਤੇ ਯਾਦ ਰੱਖੀ ਇੱਜ਼ਤ ਤੋਂ ਬਿਨਾਂ ਜੀਣਾ ਜੀਣਾ ਨਹੀਂ ਹੁੰਦਾ। ਤੇ ਬੰਦਾ ਪ੍ਰਾਣ ਗਵਾ ਕੇ, ਇੱਜ਼ਤ ਗਵਾ ਕੇ ਵੀ ਮਾਇਆ ਇਕੱਠੀ ਕਰਦਾ। ਪ੍ਰਾਣ ਮਾਨ ਦਾਨ, ਸਾਡੇ ਵਰਗੇ ਲੋਕ ਦਾਨ ਲੈ ਲੈ ਕੇ ਇਕੱਠੀ ਕਰਦੇ ਨੇ। ਮਗ ਜੋਹਨ, ਰਾਹਗੀਰਾਂ ਨੂੰ ਲੁੱਟ ਲੁੱਟ ਕੇ ਬੰਦਾ ਮਾਇਆ ਇਕੱਠੀ ਕਰਦਾ। ਗੁਰੂ ਅਰਜਨ ਦੇਵ ਪਿਤਾ ਦਾ ਬਚਨ ਹੈ ਸਵਈਆਂ ਦੇ ਵਿੱਚ, ਹੀਤ ਚੀਤ ਦੇ ਲੈ ਲੈ ਪਾਰੀ। ਜਿੰਨਾ ਬੰਦਾ ਮਾਇਆ ਨੂੰ ਪਿਆਰ ਕਰਦਾ, ਮੈਨੂੰ ਖਿਮਾ ਕਰਿਓ, ਜਿੰਨਾ ਮਾਇਆ ਨੂੰ ਪਿਆਰ ਕਰਦੇ ਆ, ਜਿੰਨਾ ਸਰੀਰ ਨੂੰ ਪਿਆਰ ਕਰਦੇ ਆ, ਜਾਂ ਜਿੰਨਾ ਪਰਿਵਾਰ ਨੂੰ ਪਿਆਰ ਕਰਦੇ ਆ, ਇੰਨਾ ਪਿਆਰ ਰੱਬ ਜੀ ਨਾਲ ਹੈ, ਗੁਰੂ ਜੀ ਨਾਲ ਹੈ। ਔਰ ਯਾਦ ਰੱਖਿਓ, ਸਾਹਿਬ ਕਹਿਣ ਲੱਗੇ ਜਿਹੜਾ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਪਿਆਰ ਕਰਦਾ ਹੈ, ਦਾਤਾਂ ਨਾਲ ਜੁੜਿਆ ਹੈ, ਜਿਹੜੀਆਂ ਛੱਡ ਜਾਣੀਆਂ ਨੇ। ਇਹ ਗੱਲ ਯਾਦ ਰੱਖਿਓ, ਜਾਂ ਜੀਂਦਿਆਂ ਜੀ ਮਾਇਆ ਸਾਥ ਛੱਡ ਜਾਏ, ਇਹ ਵੀ ਹੁੰਦਾ ਜੇ। ਬੜੇ ਐਸੇ ਲੋਕ ਦੇਖੇ ਕਿ ਮਾਇਆ ਸਾਥ ਛੱਡ ਗਈ, ਕੰਗਲੇ ਹੋ ਗਏ। ਤੇ ਜੇ ਮਾਇਆ ਸਾਥ ਨਾ ਵੀ ਛੱਡੇ, ਮੰਨ ਲਓ ਇੱਕ ਦਿਨ ਬੰਦਾ ਤੇ ਮਾਇਆ ਛੱਡ ਕੇ ਜਾਏਗਾ ਹੀ, ਇਹ ਤੇ ਹੋਏਗਾ ਹੀ ਨਾ। ਬਾਬਾ ਨਾਨਕ ਸਾਹਿਬ ਕਹਿਣ ਲੱਗੇ ਬੰਦਾ ਮਾਇਆ ਨੂੰ ਸਭ ਤੋਂ ਵੱਧ ਪਿਆਰ ਕਰਦਾ ਹੈ। ਤੇ ਗੁਰੂ ਅਰਜਨ ਦੇ ਪਿਤਾ ਦੇ ਬਚਨ ਨੇ, ਪ੍ਰਾਨ ਮਾਨ ਦਾਨ ਮਗ ਜੋਹਨ, ਹੀਤ ਚੀਤ ਦੇ ਲੈ ਲੈ ਪਾਰੀ। ਸਾਜਨ ਸੈਨ ਮੀਤ ਸੁਤ ਭਾਈ। ਸਜਣਾ ਤੋਂ, ਮਿੱਤਰਾਂ ਤੋਂ, ਭਾਈਆਂ ਤੋਂ ਬੰਦਾ ਸਭ ਤੋਂ ਮਾਇਆ ਲੁਕਾ ਕੇ ਰੱਖਦਾ ਨਾ। ਸਾਜਨ ਸੈਨ ਮੀਤ ਸੁਤ ਭਾਈ, ਤਾਹੂ ਤੇਲੇ ਰੱਖੀ ਨਿਰਾਰੀ। ਧਾਮਨ ਪਾਵਨ ਕੂਰ ਕਮਾਵਨ। ਜਿੰਨਾ ਬੰਦਾ ਮਾਇਆ ਲਈ ਦੌੜ ਭੱਜ ਕਰਦਾ ਹੈ, ਚੰਗੇ ਇਖਲਾਕ ਲਈ ਕਰਦਾ, ਈਸ਼ਵਰ ਦੇ ਨਾਮ ਲਈ ਕਰਦਾ। ਕਹਿਣ ਲੱਗੇ ਚੰਚਲ ਸੰਗ ਸਗਲ ਬਿਦਹਾਰੀ। ਕਰਮ ਧਰਮ ਸੰਜਮ ਸੋਚ ਨੇਮਾ। ਨਿਤਨੇਮ ਕਰਮ ਧਰਮ, ਇਹ ਮਾਇਆ ਲਈ ਸਭ ਕੁਛ ਤਿਆਗ ਦਿੰਦਾ ਹੈ। ਮੈਨੂੰ ਖਿਮਾ ਕਰਿਓ, ਜ਼ਿੰਦਗੀ ਵਿੱਚ ਅਨੰਤ ਐਸੇ ਮੌਕੇ ਹੋਣਗੇ
ਕਿ ਜਦ ਅਸੀਂ ਘਰ ਦੇ ਲਈ, ਪਰਿਵਾਰ ਲਈ, ਦੁਕਾਨ ਲਈ, ਮਾਇਆ ਲਈ ਗੁਰਦੁਆਰਾ ਛੱਡਿਆ ਹੋਏਗਾ, ਪਰ ਐਸੇ ਬਹੁਤ ਘੱਟ ਵਕਤ ਹੋਣਗੇ ਕਿ ਜਦ ਗੁਰੂ ਦੇ ਵਾਸਤੇ ਪਰਿਵਾਰ ਛੱਡਿਆ ਹੋਏਗਾ, ਜਦ ਗੁਰੂ ਦੇ ਵਾਸਤੇ ਮਾਇਆ ਛੱਡੀ ਹੋਏਗੀ। ਸਾਡੀ ਤੇ ਆਦਤ ਪਤਾ ਕੀ ਜੀ, ਅਸੀਂ ਗੁਰੂ ਕੋਲ ਆ ਕੇ ਵੀ ਗੁਰੂ ਨੂੰ ਨਹੀਂ ਮੰਗਦੇ, ਸੁਪਨਾ ਹੀ ਮੰਗਦੇ ਹਾਂ, ਛੱਡ ਜਾਣ ਵਾਲੀਆਂ ਵਸਤੂਆਂ ਹੀ ਮੰਗਦੇ ਹਾਂ। ਬਾਬਾ ਜੀ ਕਹਿਣ ਲੱਗੇ ਬੰਦੇ ਦਾ ਮਾਇਆ ਨਾਲ ਸਭ ਤੋਂ ਜ਼ਿਆਦਾ ਪਿਆਰ ਹੈ, ਪਰ ਦੁਨੀ ਚੰਦਾ ਜਦ ਬੰਦਾ ਮਰਦਾ ਨਾ ਤੇ ਸਭ ਤੋਂ ਪਹਿਲਾਂ ਮਾਇਆ ਹੀ ਸਾਥ ਛੱਡਦੀ ਹੈ ਨਾ, ਛਣ ਵਿੱਚ ਹੀ ਦੂਸਰੇ ਦੀ। ਜਿਸ ਮਾਇਆ ਨੂੰ ਸਾਰਿਆਂ ਤੋਂ ਵੱਧ ਪਿਆਰ ਕੀਤਾ, ਤੇ ਬਾਬਾ ਜੀ ਕਹਿਣ ਲੱਗੇ ਸਰੀਰ ਛੱਡਣ ਦੀ ਦੇਰ ਸੀ, ਇਹ ਸੁਪਨਾ ਟੁੱਟਣ ਦੀ ਦੇਰ ਸੀ, ਛਿੰਨ ਵਿੱਚ ਹੀ ਦੂਸਰਿਆਂ ਦੀ ਹੋ ਗਈ। ਦੂਸਰਾ ਹੈ ਬੰਦੇ ਦੇ ਧੀਆਂ ਪੁੱਤਰ, ਇਹਨਾਂ ਨਾਲ ਵੀ ਬੰਦੇ ਦਾ ਬੜਾ ਸਨੇਹ ਹੈ। ਮੈਂ ਇੱਕ ਬੇਨਤੀ ਕਰਾਂ, ਜਿਨ੍ਹਾਂ ਦੇ ਬਚਨ ਪੜ੍ਹ ਰਹੇ ਹਨ, ਭਗਤ ਕਬੀਰ ਜੀ ਜਾਂ ਜਿਸ ਵੀ ਮਹਾਂਪੁਰਖ ਗੁਰੂ ਸਾਹਿਬਾਨਾਂ ਦਾ ਹੁਕਮ ਆਉਂਦਾ ਹੈ, ਸਭ ਪਰਿਵਾਰਾਂ ਵਾਲੇ ਸਨ, ਪਰਿਵਾਰਾਂ ਵਾਲੇ ਹਨ। ਕਬੀਰ ਜੀ ਦਾ ਪਰਿਵਾਰ ਹੈ, ਬੱਚੇ ਨੇ, ਧਰਮ ਸੁਪਤਨੀ ਹੈ, ਮਾਂ ਹੈ, ਸਮਾਜਿਕ ਜੀਵਨ ਜੀਣ ਵਾਲੇ ਨੇ, ਭਗੌੜੇ ਨਹੀਂ ਹਨ। ਪਰ ਕੇਵਲ ਪਰਿਵਾਰ ਲਈ ਜੀਣਾ, ਇਹ ਜੀਣਾ ਨਹੀਂ ਜੇ। ਬਾਬਾ ਜੀ ਕਹਿਣ ਲੱਗੇ ਦੂਸਰੇ ਬੰਦੇ ਦੇ ਧੀਆਂ ਪੁੱਤਰ, ਇਹ ਦੁਨੀ ਚੰਦਾ ਕੇਵਲ ਸ਼ਮਸ਼ਾਨ ਘਾਟ ਤੱਕ ਨਾਲ ਜਾਂਦੇ ਨੇ, ਇਸ ਤੋਂ ਅੱਗੇ ਨਹੀਂ। ਮੈਂ ਇੱਕ ਤੁਹਾਡੇ ਚਰਨਾਂ 'ਚ ਬੇਨਤੀ ਕਰਾਂ, ਮਾਇਆ ਦੇ ਲਈ ਕਦੇ ਰਿਸ਼ਤੇ ਨਾ ਵਿਗਾੜਿਓ ਜੇ। ਫਿਰ ਵੀ ਇਹ ਧੀਆਂ ਪੁੱਤਰ, ਇਹ ਸਕੇ ਸੰਬੰਧੀ, ਇਹ ਸਮਾਜ ਸ਼ਮਸ਼ਾਨ ਘਾਟ ਤੱਕ ਨਾਲ ਜਾਂਦਾ ਜੇ, ਮਾਇਆ ਨਹੀਂ ਜੇ ਜਾਂਦੀ। ਤੀਸਰਾ ਹੈ ਬਾਬਾ ਜੀ ਕਹਿਣ ਲੱਗੇ ਬੰਦੇ ਦੇ ਕਰਮ ਤੇ ਜਪਿਆ ਹੋਇਆ ਨਾਮ। ਇਹ ਬੰਦਾ ਸਰੀਰ ਛੱਡ ਵੀ ਦੇ, ਸਰੀਰ ਛੱਡ ਵੀ ਦੇ ਤਾਂ ਵੀ ਨਾਲ ਨਿਭਦਾ ਹੈ। ਬਾਬਾ ਜੀ ਕਹਿਣ ਲੱਗੇ ਜੇ ਬੰਦੇ ਨੇ ਜੀਵਨ ਜੀਣਾ ਜਗਤ ਅੰਦਰ ਹੈ ਤੇ ਸੁਪਨੇ ਵਰਗਾ ਹੈ, ਤੇ ਯਾਦ ਰੱਖਿਓ ਜਾਣਾ ਤੇ ਸਾਰਿਆਂ ਹੀ ਆ, ਸੁਪਨਾ ਸਾਰਿਆਂ ਦਾ ਟੁੱਟਣਾ ਹੈ। ਮੈਨੂੰ ਖਿਮਾ ਕਰਿਓ, ਸਰੀਰ ਕਰਕੇ ਸਾਰੇ ਹੀ ਗਏ ਨੇ। ਬਾਬਾ ਫਰੀਦ ਜੀ ਦਾ ਬਚਨ ਹੈ, ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ। ਹੇ ਸ਼ੇਖ, ਸਰੀਰ ਕਰਕੇ ਕਦੀ ਕੋਈ ਦੁਨੀਆ ਵਿੱਚ ਥਿਰ ਨਹੀਂ ਜੇ ਰਿਹਾ। ਅੱਜ ਵੀ ਕਬੀਰ ਜੀ ਦਾ ਹੁਕਮ ਸੁਣਿਆ, ਮਹਾਂਪੁਰਖਾਂ ਦਾ, ਸਰੀਰ ਕਰਕੇ ਸੁਣ ਰਹੇ ਹੋ। ਕਬੀਰ ਜੀ ਦੇ ਹੁਕਮ ਨੂੰ ਇਸ ਲਈ ਸੁਣ ਰਹੇ ਹਾਂ, ਸ਼੍ਰੀ ਦਰਬਾਰ ਸਾਹਿਬ ਤੋਂ ਅਮੀਰ ਸੀ, ਬੜੇ ਰਿਚ ਸਨ, ਕੁਛ ਵੀ ਕੋਲ ਨਹੀਂ ਸੀ, ਬੈਰੂਨੀ ਦੁਨੀਆ ਦਾ ਗੁਜ਼ਾਰਾ ਸੀ, ਹੈਂਡ ਟੂ ਮਾਊਥ ਸੀ। ਗੁਰੂ ਗ੍ਰੰਥ ਸਾਹਿਬ ਅੰਦਰ ਐਸੇ ਬਚਨ ਆਉਂਦੇ ਨੇ। ਪਰ ਅੱਜ ਵੀ ਉਹਨਾਂ ਦਾ ਸ਼ਬਦ ਸੁਣ ਰਹੇ ਹਾਂ, ਉਹਦੀ ਵਿਚਾਰ ਸੁਣ ਰਹੇ ਹਾਂ, ਔਰ ਉਹਨਾਂ ਦੀ ਵਿਚਾਰ ਰਾਹੀਂ ਜੀਵਨ ਜੀਣ ਦਾ ਢੰਗ ਮਿਲ ਰਿਹਾ ਹੈ ਕਿ ਬੰਦਿਆ ਜਗਤ ਵਿੱਚ ਰਹਿਣਾ, ਜਗਤ ਦਾ ਭਲਾ ਕਰ, ਆਪਣੇ ਪਰਿਵਾਰ ਦੇ ਨਾਲ ਸਨੇਹ ਰੱਖ, ਡਿਊਟੀਆਂ ਪੂਰੀਆਂ ਕਰ, ਪਰ ਚਿੱਤ ਕਰਤਾਰ ਨਾਲ ਲਾ ਕੇ ਰੱਖ। ਪਰ ਬੰਦੇ ਨੇ ਕੀ ਕੀਤਾ? ਬਾਬਾ ਜੀ ਕਹਿਣ ਲੱਗੇ ਜਗ ਜੀਵਨ ਐਸਾ, ਸੁਪਨੇ ਜੈਸਾ ਜੀਵਨ ਸੁਪਨ ਸਮਾਨ। ਤੇ ਸੁਪਨਾ ਟੁੱਟਦਿਆਂ ਕਦੀ ਦੇਰ ਨਹੀਂ ਲੱਗਦੀ, ਸਰੀਰ ਛੱਡਦਿਆਂ ਦੇਰ ਲੱਗਦੀ ਹੈ, ਇਹਨੂੰ ਪਾਲਦਿਆਂ ਦੇਰ ਲੱਗਦੀ ਜੇ, ਇਹਨੂੰ ਹੰਡਾਉਂਦਿਆਂ ਦੇਰ ਲੱਗਦੀ ਜੇ, ਘਰ ਬਣਾਉਂਦਿਆਂ ਦੇਰ ਲੱਗਦੀ ਹੈ, ਘਰ ਛੱਡਦਿਆਂ ਦੇਰ ਨਹੀਂ ਲੱਗਦੀ। ਵੇਖਿਆ ਕਦੀ ਵੀ ਕਿਸੇ ਨੇ ਬਹੁਤ ਦੇਰ ਬਾਅਦ ਘਰ ਛੱਡਿਆ ਛਿੰਨ ਵਿੱਚ ਹੀ? ਤੇ ਗੁਰੂ ਗ੍ਰੰਥ ਸਾਹਿਬ ਪਿਤਾ ਦਾ ਬਚਨ ਹੈ, ਕਹਿਣ ਲੱਗੇ ਸੁਪਨਾ ਛਿੰਨ ਵਿੱਚ ਟੁੱਟਦਾ, ਜਾਗਣ ਦੀ ਦੇਰ ਹੈ, ਸਰੀਰ ਵੀ ਛਿੰਨ ਵਿੱਚ ਬਿਨਸਦਾ। ਇੱਕ ਮੈਂ ਬੇਨਤੀ ਕਰਾਂ, ਇਹਦੀ ਛਿੰਨ ਵਿੱਚ ਹੀ ਰਮਤ ਹੈ ਜੀਵਨ ਦੀ। ਮਾਂ ਦੇ ਉਦਰ ਵਿੱਚ ਇਹ ਛਿੰਨ ਵਿੱਚ ਹੀ ਬਣਨਾ ਸ਼ੁਰੂ ਹੁੰਦਾ ਹੈ, ਬਣਦਿਆਂ ਦੇਰ ਲੱਗਦੀ ਹੈ, 9 ਮਹੀਨੇ ਲੱਗਦੇ ਨੇ, ਪਰ ਜਦ ਮਿਟਦਾ ਉਦੋਂ ਵੀ ਛਿੰਨ ਵਿੱਚ ਹੀ ਮਿਟਦਾ ਹੈ। ਇਹਦੀ ਆਰੰਭ ਵੀ ਛਿੰਨ ਵਿੱਚ ਹੀ ਹੈ,
ਇਹਦਾ ਮਿਟਣਾ ਵੀ ਛਿਨ ਵਿੱਚ ਹੀ ਹੈ। ਪਰ ਯਾਦ ਰੱਖਿਓ, ਮਿਟਣ ਤੋਂ ਪਹਿਲਾਂ ਤੂੰ ਜਗਤ ਨੂੰ ਕੀ ਦੇ ਕੇ ਗਿਆ। ਦਾਨੇ ਲੋਕ ਆਖਦੇ ਨੇ ਉਹ ਬੰਦਾ ਕਦੀ ਮਹਾਨ ਨਹੀਂ ਜੇ ਹੋਇਆ ਜਿਹੜਾ ਆਪਣੇ ਲਈ ਤੇ ਆਪਣਿਆਂ ਲਈ ਜੀਵਿਆ ਹੋਵੇ। ਮਹਾਨ ਤੇ ਉਹ ਹੁੰਦਾ ਜਿਹੜਾ ਸਮਾਜ ਲਈ ਜੀਵਿਆ ਹੋਏ, ਸਮਾਜ ਨੂੰ ਕੁਝ ਉਸਾਰੂ ਦੇ ਕੇ ਗਿਆ ਹੋਵੇ। ਭਗਤ ਜੀ ਕਹਿਣ ਲੱਗੇ ਜੀਵਨ ਐਸਾ ਵਾ ਸੁਪਨੇ ਜੈਸਾ, ਇਹਨੂੰ ਛੱਡਦਿਆਂ ਇਹਦੇ ਬਿਨਸਦਿਆਂ ਦੇਰ ਨਹੀਂ ਲੱਗਦੀ ਹੈ। ਸਾਚ ਕਰ ਹਮ ਗਾਠ ਦੀਨੀ ਛੋੜ ਪਰਮ ਨਿਦਾਨੰ। ਬਾਬਾ ਜੀ ਕਹਿਣ ਲੱਗੇ ਅਸੀਂ ਇਸ ਨੂੰ ਸੱਚ ਕਰਕੇ ਗੱਠ ਦਿੱਤੀ ਹੋਈ ਹੈ ਵੀ ਜਾਣਾ ਹੀ ਨਹੀਂ ਆ। ਸੰਗ ਬਿਨ ਸੰਗ ਚਲਤ ਹੈ ਹਮ ਵੀ ਚੱਲਣਾ। ਅੱਜ ਕਿਸੇ ਨੂੰ ਸ਼ਮਸ਼ਾਨ ਘਾਟ ਛੱਡ ਕੇ ਆਏ ਆ ਨਾ, ਮੰਨ ਲਓ ਜਿਹਨੂੰ ਅੱਜ ਅਸੀਂ ਛੱਡ ਕੇ ਆਏ ਆ, ਤੁਹਾਡਾ ਕੀ ਖਿਆਲ ਹੈ ਵੀ ਉਹਨੇ ਹੋਰਨਾਂ ਨੂੰ ਸ਼ਮਸ਼ਾਨ ਘਾਟ ਤੱਕ ਨਹੀਂ ਛੱਡਿਆ ਹੋਏਗਾ? ਜਿਹਨੂੰ ਅਸੀਂ ਅੱਜ ਛੱਡ ਕੇ ਆਏ ਆ ਉਹਨੇ ਕਈਆਂ ਨੂੰ ਛੱਡਿਆ ਹੋਏਗਾ। ਜਿਹਦੇ ਭੋਗ ਵਿੱਚ ਅੱਜ ਅਸੀਂ ਬੈਠੇ ਆ ਉਹਨੇ ਵੀ ਕਈਆਂ ਦਾ ਭੋਗ ਅਟੈਂਡ ਕੀਤਾ ਹੋਏਗਾ। ਪਰ ਇਹ ਸਭ ਕੁਝ ਦੇਖਦਿਆਂ ਹੋਇਆਂ ਨਹੀਂ ਬੰਦਾ ਇਹ ਸਮਝਦਾ ਮੈਂ ਤੇ ਮਰਨਾ ਹੀ ਨਹੀਂ। ਬਾਬਾ ਜੀ ਕਹਿਣ ਲੱਗੇ ਇੱਕ ਬਿਨ ਸੈ, ਇੱਕ ਮਰਦਾ, ਇੱਕ ਅਸਥਿਰ ਮਨ ਹੈ। ਇੱਕ ਨੇ ਇਹ ਸੋਚ ਬਣਾਈ ਮੈਂ ਮਰਨਾ ਹੀ ਨਹੀਂ। ਅਚਰਜ ਲਖਿਓ ਨਾ ਜਾਈ। ਬੰਦੇ ਨੇ ਇਹ ਗੱਠ ਬੱਧੀ ਹੋਈ ਹੈ ਕਿ ਜੀਵਨ ਸਦੀਵੀ ਹੈ। ਛੋੜ ਪਰਮ ਨਿਧਾਨੰ, ਜੋ ਛੱਡ ਜਾਣਾ ਉਹਦੇ ਨਾਲ ਸਨੇਹ ਪਾਇਆ ਹੋਇਆ, ਤੇ ਜੋ ਨਾਲ ਨਿਭਣਾ ਪ੍ਰਭੂ ਦਾ ਨਾਮ ਉਹਨੂੰ ਛੱਡਿਆ ਹੋਇਆ। ਗੁਰਬਾਣੀ ਦੇ ਪਵਿੱਤਰ ਬਚਨ ਨੇ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ। ਜਿਸ ਘਰ ਨੂੰ ਛੱਡ ਜਾਣਾ, ਜਿਸ ਸਰੀਰ ਨੂੰ ਛੱਡ ਜਾਣਾ, ਜਿਸ ਦੌਲਤ ਨੂੰ ਛੱਡ ਜਾਣਾ, ਜਿਨ੍ਹਾਂ ਧੀਆਂ ਪੁੱਤਰਾਂ ਨੂੰ ਛੱਡ ਕੇ ਜਾਣਾ, ਕਹਿਣ ਲੱਗੇ ਉਹਨਾਂ ਨਾਲ ਅੱਤ ਦਾ ਸਨੇਹ ਪਾਇਆ ਹੋਇਆ। ਤੇ ਜੋ ਨਾਲ ਨਿਭਣਾ, ਨਾਲ ਕੀ ਨਿਭਣਾ? ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਿੱਥੇ ਕਿਸੇ ਨੇ ਨਾਲ ਨਹੀਂ ਜਾਣਾ, ਤੇਰੇ ਕਰਮਾਂ ਨੇ ਨਾਲ ਜਾਣਾ। ਤੇ ਬਾਬਾ ਜੀ ਕਹਿਣ ਲੱਗੇ ਪਰਮ ਨਿਧਾਨ ਪਰਮਾਤਮਾ ਨੂੰ, ਜੋ ਸਾਰੇ ਖਜ਼ਾਨੇ ਦੇਣ ਵਾਲਾ ਉਹਨੂੰ ਬੰਦੇ ਨੇ ਤਿਆਗਿਆ ਹੋਇਆ, ਉਸ ਵਾਹਿਗੁਰੂ ਜੀ ਨੂੰ ਭੁਲਾਇਆ ਹੋਇਆ। ਬਾਬਾ ਮਾਇਆ ਮੋਹਿਤ ਕੀਨਾ। ਹੇ ਭਾਈ, ਇਸ ਬੰਦੇ ਨੇ ਮਾਇਆ ਦੇ ਨਾਲ ਬੜਾ ਮੋਹ ਕੀਤਾ ਹੋਇਆ, ਬੜਾ ਪਿਆਰ ਪਾਇਆ ਹੋਇਆ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਵੀ ਜ਼ਿੰਦਗੀ ਮਾਇਆ ਤੋਂ ਬਿਨਾਂ ਚੱਲਣੀ ਨਹੀਂ ਜੇ ਚੱਲ ਸਕਦੀ ਹੈ। ਆ ਜਿੰਨੇ ਵੀ ਆਪ ਜੀ ਹਾਜ਼ਰੀਆਂ ਭਰ ਰਹੇ ਹੋ, ਕਿਸੇ ਵਹੀਕਲ ਤੇ ਆਏ ਹੋਗੇ ਤੇ ਉਹਦੇ ਤੇ ਵੀ ਖਰਚਾ ਕੀਤਾ ਹੋਏਗਾ, ਫਿਰ ਪੈਟਰੋਲ ਤੇ ਖਰਚਾ। ਘਰ ਕਦੀ ਮਾਇਆ ਬਿਨਾਂ ਨਹੀਂ ਚੱਲਦੇ, ਚੱਲ ਸਕਦੇ ਨੇ। ਜ਼ਿੰਦਗੀ ਜੀਣ ਲਈ ਮਾਇਆ ਚਾਹੀਦੀ ਆ। ਗੁਰਮਤ ਮਾਇਆ ਦਾ ਤਿਆਗ ਨਹੀਂ ਸਿਖਾਉਂਦੀ। ਪਰ ਗੁਰਬਾਣੀ ਅੰਦਰ ਤੇ ਭਾਈ ਗੁਰਦਾਸ ਸਾਹਿਬ ਨੇ ਇੱਕ ਸੋਚ ਦਿੱਤੀ ਵੀ ਮਾਇਆ ਚਾਹੀਦੀ ਕਿੰਨੀ ਕੁ ਆ। ਇਹ ਜ਼ਿਆਦਾ ਵੀ ਪਰੇਸ਼ਾਨੀ ਪੈਦਾ ਕਰਦੀ। ਜਿਸ ਗ੍ਰੇ ਬਹੁਤ ਤਿਸੈ ਗ੍ਰੇ ਚਿੰਤਾ। ਤੁਸੀਂ ਜਾਓਗੇ ਨਾ ਘਰ, ਪ੍ਰਸ਼ਾਦਾ ਪਾਣੀ ਛਕੋਗੇ ਤੇ ਪ੍ਰਸ਼ਾਦੇ ਪਾਣੀ ਨੂੰ ਛਕਦਿਆਂ ਦੇਖਿਓ ਉਹਦੇ ਵਿੱਚ ਸਭ ਤੋਂ ਘੱਟ ਚੀਜ਼ ਕਿਹੜੀ ਵਰਤੀ ਗਈ ਆ। ਜਦ ਅਸੀਂ ਪ੍ਰਸ਼ਾਦਾ ਛਕਦੇ ਹਾਂ ਸਬਜ਼ੀ ਭਾਜੀ ਨਾਲ, ਤੇ ਉਹਦੇ ਵਿੱਚ ਸਭ ਤੋਂ ਘੱਟ ਕਿਹੜੀ ਚੀਜ਼ ਪਈ ਹੁੰਦੀ ਆ? ਲੂਣ, ਸਭ ਤੋਂ ਘੱਟ। ਪਰ ਲੂਣ ਸਭ ਤੋਂ ਘੱਟ ਪੈ ਕੇ ਵੀ ਸਵਾਦੀ ਬਣਾਉਂਦਾ ਹੈ। ਜੇ ਸਬਜ਼ੀ ਵਿੱਚ ਲੂਣ ਨਾ ਹੋਏ ਤੇ ਖਾਧੀ ਜਾ ਸਕਦੀ ਹੈ? ਨਹੀਂ ਖਾਧੀ ਜਾ ਸਕਦੀ। ਤੇ ਜੇ ਉਹੀ ਲੂਣ ਜ਼ਿਆਦਾ ਪੈ ਜਾਏ ਤਾਂ ਵੀ ਖਾਧੀ ਜਾ ਸਕਦੀ ਹੈ। ਕਹਿਣ ਲੱਗੇ ਜੇ ਲੂਣ ਜ਼ਿਆਦਾ ਹੈ, ਯਾਦ ਰੱਖੀ
ਸਬਜ਼ੀ ਰੋਟੀ ਤਾਂ ਵੀ ਨਹੀਂ ਉਹ ਖਾਧੀ ਜਾਣੀ, ਜੇ ਘੱਟ ਹੈ ਤਾਂ ਵੀ ਨਹੀਂ ਉਹ ਖਾਧੀ ਜਾਣੀ। ਇਹ ਤੇ ਨਾ ਜ਼ਿਆਦਾ ਹੋਵੇ ਤੇ ਨਾ ਥੋੜਾ ਹੀ ਹੋਵੇ। ਜ਼ਿੰਦਗੀ ਵਿੱਚ ਮਾਇਆ ਨਾ ਜ਼ਿਆਦੀ ਹੋਵੇ ਨਾ ਥੋੜੀ ਹੋਵੇ। ਗੁਜ਼ਾਰਾ ਵਧੀਆ ਚੱਲਣਾ ਚਾਹੀਦਾ ਹੈ। ਪਰ ਬੰਦੇ ਨੇ ਲੂਣ ਇਕੱਠਾ ਕਰ ਲਿਆ, ਮਾਇਆ ਇਕੱਠੀ ਕਰ ਲਈ। ਮਾਇਆ ਦੇ ਵਾਸਤੇ ਜੀਵਿਆ। ਬਾਬਾ ਜੀ ਕਹਿਣ ਲੱਗੇ ਤੈਨੂੰ ਜੀਣਾ ਚਾਹੀਦਾ ਸੀ ਨਿਰੰਕਾਰ ਲਈ, ਲੋਕਾਂ ਦੇ ਭਲੇ ਲਈ। ਪਰ ਐਸ ਬੰਦੇ ਨੇ, ਸਤਿਗੁਰੂ ਕਹਿਣ ਲੱਗੇ, ਮਾਇਆ ਮੋਹ ਹਿੱਤ, ਮਾਇਆ ਦੇ ਨਾਲ ਬੜਾ ਮੋਹ, ਬੜਾ ਹਿੱਤ, ਬੜਾ ਪਿਆਰ ਇਸ ਜੀਵ ਨੇ ਪਾਇਆ ਹੋਇਆ ਹੈ। ਜਿਨ ਗਿਆਨ ਰਤਨ ਹਿਰ ਲੀਨ। ਉਸ ਮਾਇਆ ਦੇ ਮੋਹ ਨੇ ਬੰਦੇ ਦੇ ਅੰਦਰੋਂ ਗਿਆਨ ਦਾ ਰਤਨ ਚੁਰਾ ਲਿਆ। ਬੜੇ ਬੜੇ ਗਿਆਨੀ ਦੇਖੇ ਮਾਇਆ ਦੇ ਠੱਗੇ ਹੋਏ, ਦਾਨਸ਼ਮੰਦ ਲੋਕ, ਲਤੀਫ ਅਕਲ ਲੋਕ ਮਾਇਆ ਨੇ ਠੱਗ ਲਏ। ਮੈਂ ਗੁਰਬਾਣੀ ਦਾ ਇੱਕ ਬਚਨ ਪੜ੍ਹਿਆ ਗੁਰੂ ਅਮਰਦਾਸ ਪਿਤਾ ਜੀ ਦਾ, ਰਾਗ ਆਸਾ ਵਿੱਚ ਹੀ ਆ। ਤ੍ਰੈ ਗੁਣ ਮਾਇਆ ਦੇਖ ਭੁੱਲੇ। ਇਸ ਤੋਂ ਅਗਲੀ ਪੰਕਤੀ ਵਿੱਚ ਸੰਦਰਭ ਅੰਦਰ ਹੀ ਹੈ। ਤ੍ਰੈ ਗੁਣੀ ਮਾਇਆ ਨੂੰ ਵੇਖ ਕੇ ਜੀਵ ਭੁੱਲ ਗਏ। ਕਹਿ ਲਗੇ ਪਤਾ ਕਿਵੇਂ? ਜਿਉਂ ਦੇਖ ਦੀਪਕ ਪਤੰਗ ਪਚਾਇਆ। ਜਿਵੇਂ ਪਤੰਗਾ ਬਲਦੀ ਹੋਈ ਲਾਈਟ ਨੂੰ ਵੇਖਦਾ, ਲਾਈਟ ਨੂੰ ਵੇਖਦਾ, ਉਧਰ ਦੌੜ ਕੇ ਜਾਂਦਾ, ਛਾਲਾ ਮਾਰ ਕੇ ਜਾਂਦਾ। ਉਹਨੂੰ ਕੇਵਲ ਲਾਈਟ ਨਜ਼ਰ ਆਉਂਦੀ ਆ। ਉਸ ਜਗਦੇ ਹੋਏ ਦੀਵੇ ਦੇ ਵਿੱਚੋਂ ਮੌਤ ਨਜ਼ਰ ਨਹੀਂ ਆਉਂਦੀ। ਹੁਣ ਪਤੰਗੇ ਨੂੰ ਕੋਈ ਲਾਈਟ ਵੱਲੋਂ ਮੋੜੇ, ਉਹ ਵਾਪਸ ਮੁੜਦਾ। ਚਲੋ ਪਤੰਗਾ ਨਾ ਮੁੜੇ। ਭਾਈ ਗੁਰਦਾਸ ਸਾਹਿਬ ਨੇ ਇੱਕ ਉਦਾਹਰਣ ਦਿੱਤੀ। ਪਸ਼ੂ ਕਿਸੇ ਦੇ ਖੇਤ ਵੱਲ ਜਾਏ, ਉਹਨੂੰ ਮੋੜੋ, ਉਹ ਨਾ ਮੁੜੇ, ਗੱਲ ਸਮਝ ਵਿੱਚ ਆਉਂਦੀ ਹੈ। ਪਸ਼ੂ ਹੈ, ਬੋਧਕ ਨਹੀਂ ਹੈ, ਇਹਦੇ ਕੋਲੋਂ ਗਿਆਨ ਨਹੀਂ ਹੈ, ਇਹ ਸਮਝਦਾ ਨਹੀਂ ਹੈ। ਤੇ ਤੁਹਾਡਾ ਕੀ ਖਿਆਲ ਹੈ ਕਿ ਸਾਰੇ ਬੰਦੇ ਮੋੜਿਆਂ ਮੁੜ ਜਾਂਦੇ ਨੇ ਦੂਸਰੇ ਦੀ ਦੌਲਤ ਹੜੱਪਣ ਤੋਂ, ਦੂਸਰੇ ਦੀਆਂ ਵਸਤੂਆਂ ਆਪਣੀਆਂ ਬਣਾਉਣ ਤੋਂ? ਪਤੰਗਾ ਨਾ ਸਮਝੇ, ਪਸ਼ੂ ਨਾ ਸਮਝੇ, ਜੇ ਬੰਦਾ ਵੀ ਨਾ ਸਮਝੇ ਤੇ ਫਿਰ ਕਹਿਣਾ ਪਏਗਾ ਇਹ ਇੱਕ ਵਧੀਆ ਪਸ਼ੂ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ। ਬਾਬਾ ਜੀ ਕਹਿਣ ਲੱਗੇ ਪੰਡਿਤ ਭੁੱਲ ਭੁੱਲ ਮਾਇਆ ਦੇਖੈ। ਪੰਡਿਤ ਕੌਣ ਹੁੰਦਾ? ਗਿਆਨੀ ਪੁਰਸ਼, ਗਿਆਨੀ ਪੁਰਸ਼। ਪੰਡਿਤ ਜਦ ਕਥਾ ਕਰਦਾ ਨਾ, ਇਹਦੇ ਇਹੀ ਅਰਥ ਨੇ, ਖੋਲ ਕੇ ਪੜ੍ਹ ਲਓ, ਰਾਗਾਸਾ ਦਾ ਸ਼ਬਦ ਹੈ। ਜਦ ਕਹਿਣ ਲੱਗੇ ਪੰਡਿਤ ਕਥਾ ਕਰਦਾ ਨਾ ਤੇ ਬਾਰ-ਬਾਰ ਮਾਇਆ ਵੱਲ ਵੇਖਦਾ ਵੀ ਟੋਕਰੀ 'ਚ ਕਿਸ ਨੇ ਕੁਛ ਪਾਇਆ ਕਿ ਨਹੀਂ। ਦਿਖਾ ਕਿਨੇ ਗਿਆਨ ਚੜਾਇਆ। ਉਹ ਦੇਖਦਾ ਵੀ ਕਿੰਨੇ ਕੁਝ ਪਾਇਆ ਕਿ ਨਹੀਂ, ਕੁਝ ਚੜਾਇਆ ਕਿ ਨਹੀਂ। ਤੇ ਅੱਗੇ ਹਜ਼ੂਰ ਫਰਮਾਉਂਦੇ ਨੇ ਦੂਜੇ ਭਾਏ ਪੜੈ ਨਿਤ ਵਿਖਿਆ। ਦੂਜੇ ਭਾ ਅੰਦਰ ਇਹ ਵਿਦਵਾਨ ਲੋਕ ਵਿਦਿਆ ਵੀ ਇਕੱਠੀ ਕਰਦੇ ਨੇ ਤੇ ਮਾਇਆ ਲਈ। ਤੇ ਮਾਇਆ ਬੰਦੇ ਦੇ ਗਿਆਨ ਨੂੰ ਹਿਰ ਲੈਂਦੀ ਆ। ਬੰਦਾ ਮਾਇਆ ਲਈ ਆਪਣਾ ਗਿਆਨ ਛੱਡ ਦਿੰਦਾ ਹੈ, ਧਿਆਨ ਛੱਡ ਦਿੰਦਾ ਹੈ। ਰਹਾਉ ਨੈਣ ਦੇਖ ਪਤੰਗ ਉਰਜਾ, ਪਸ ਨਾ ਦੇਖਾ ਆਗ। ਆਪਣੇ ਨੈਣਾ ਨਾਲ ਪਤੰਗੇ ਨੇ ਬਲਦੀ ਹੋਈ ਅੱਗ ਨੂੰ, ਦੀਵੇ ਨੂੰ ਦੇਖਿਆ। ਤੇ ਬਾਬਾ ਜੀ ਕਹਿਣ ਲੱਗੇ ਨੈਣ ਦੇਖ ਪਤੰਗ ਉਰਜੈ। ਉਸ ਮੂਰਖ ਨੂੰ ਅੱਗ ਦਿਖਾਈ ਨਹੀਂ ਦਿੰਦੀ, ਮਰ ਜਾਂਦਾ। ਮੈਨੂੰ ਖਿਮਾ ਕਰਿਓ। ਜਦ ਅਸੀਂ ਪਾਪ ਕਰਦੇ ਹਾਂ, ਗੁਨਾਹ ਕਰਦੇ ਹਾਂ, ਦੌਲਤ ਇਕੱਠੀ ਕਰਦੇ ਹਾਂ, ਸਾਨੂੰ ਦੌਲਤ ਦਿਖਾਈ ਦਿੰਦੀ ਆ, ਪਰ ਉਹਦੇ ਪਿੱਛੇ ਜਿਹੜਾ ਦੁੱਖ ਹੈ, ਮੌਤ ਹੈ, ਉਹ ਦਿਖਾਈ ਨਹੀਂ ਦਿੰਦੀ। ਦਿੰਦੀ ਆ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੈ, ਜੈਸੇ ਮੀਨ ਪਾਣੀ ਮੈਂ ਰਹਿ, ਕਾਲ ਜਾਲ ਕੀ ਸੁਧ ਨਹੀਂ ਲਹੈ, ਜੇਬਾ ਸਵਾਦੀ ਲੀਲਤ ਲੋ। ਮਛਲੀ ਪਾਣੀ ਵਿੱਚ ਜੰਮੀ, ਪਾਣੀ ਵਿੱਚ ਵੱਡੀ ਹੋਈ, ਪਾਣੀ ਨੇ ਉਹਨੂੰ ਪਾਲਿਆ, ਪਲੋਸਿਆ, ਨੇਚਰ ਨੇ ਉਹਦਾ ਪ੍ਰਬੰਧ ਕੀਤਾ ਹੋਇਆ ਸੀ ਪਾਣੀ 'ਚ। ਇੱਕ ਦਿਨ ਮਛੇਰੇ ਨੇ ਆ ਕੇ ਕੁੰਡੀ ਪਾਈ, ਉਹਨੂੰ ਕੁੰਡੀ ਤੇ ਨਜ਼ਰ ਆਈ, ਕੁੰਡੀ ਵਿੱਚ
ਲੱਗਾ ਹੋਇਆ ਮਾਸ ਦਾ ਟੁਕੜਾ ਤੇ ਨਜ਼ਰ ਆਇਆ, ਕੁੰਡੀ ਨਜ਼ਰ ਨਹੀਂ ਆਈ ਤੇ ਫਸ ਗਈ। ਹੁਣ ਇੱਕ ਮੀਨ ਫਸ ਜਾਏ, ਮੱਛੀ ਚੋਗੇ ਦੇ ਕਾਰਨ ਫਸ ਜਾਏ, ਪੰਛੀ ਫਸ ਜਾਣ, ਸਮਝ ਵਿੱਚ ਆਉਂਦਾ। ਪਰ ਕਬੀਰ ਜੀ ਕਹਿਣ ਲੱਗੇ ਮੈਂ ਬੰਦਾ ਵੀ ਦੇਖਦਾ ਕਿ ਇਹ ਵੀ ਪਤੰਗਿਆਂ ਦੀ ਤਰ੍ਹਾਂ ਮਾਇਆ ਦੇ ਮੋਹ ਵਿੱਚ ਸੜਿਆ ਹੋਇਆ ਹੈ। ਇਹਨੂੰ ਮਾਇਆ ਦੇ ਮੋਹ ਵਿੱਚ ਬਲਦੀ ਹੋਈ ਅੱਗ ਨਜ਼ਰ ਨਹੀਂ ਆਉਂਦੀ ਹੈ। ਕਾਲ ਫਾਸ ਨਾ ਮੁਗਦ ਚੇਤਾ, ਕਾਨਿਕ ਕਾਮਿਨ ਲਾਗ। ਇਹ ਮਾਇਆ ਦੇ ਵਿੱਚ ਇਸ ਤਰ੍ਹਾਂ ਖਚਿਤ ਹੈ, ਔਰਤ ਦੇ ਨਾਲ, ਸੋਨੇ ਨਾਲ, ਇਸ ਤਰ੍ਹਾਂ ਇਹਨੇ ਮੋਹ ਪਾਇਆ ਹੋਇਆ ਕਿ ਮੌਤ ਇਹਨੂੰ ਭੁੱਲ ਹੀ ਗਈ। ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ, ਜੈਸੋ ਮਨ ਕਨਕ ਉਹ ਕਾਮਨੀ ਸਨੇਹ ਵਿਖੈ। ਜਿੰਨਾ ਬੰਦੇ ਦਾ ਮਨ ਪਰਿਵਾਰ ਨੂੰ ਪਿਆਰ ਕਰਦਾ, ਸੋਨੇ ਚਾਂਦੀ ਨੂੰ ਪਿਆਰ ਕਰਦਾ, ਇੰਨਾ ਪਿਆਰ ਸਤਸੰਗ ਨਾਲ ਹੈ। ਸੋਨਾ ਗਵਾਚੇ, ਪੈਸੇ ਗਵਾਚੇ, ਬੰਦਾ ਰੋਂਦਾ। ਗੁਰਬਾਣੀ ਦਾ ਵੀ ਪਾਵਨ ਬਚਨ ਹੈ। ਕਹਿਣ ਲੱਗੇ ਮਾਇਆ ਗਈ ਤਬ ਰੋਵਣ ਲੱਗਦਾ ਹੈ, ਕਿਉਂਕਿ ਸਨੇਹ, ਬੰਦਾ ਰੋਂਦਾ ਉਹਦੇ ਲਈ ਹੈ ਜਿਹਦੇ ਨਾਲ ਪਿਆਰ ਹੋਵੇ, ਅੱਖਾਂ ਤੋਂ ਦੂਰ ਹੋਵੇ, ਅੱਖਾਂ ਤੋਂ ਓਝਲ ਹੋਵੇ। ਸਾਡਾ ਪੁੱਤ ਦੇਸ਼ੋਂ ਵਿਦੇਸ਼ ਜਾਏ ਰੋਨੇ ਆ, ਗਵਾਂਢੀ ਨਹੀਂ ਰੋਂਦਾ, ਸਾਰਾ ਪਿੰਡ ਨਹੀਂ ਰੋਂਦਾ, ਕਿਉਂਕਿ ਸਾਡੀ ਅਟੈਚਮੈਂਟ ਹੈ। ਬਾਬਾ ਜੀ ਕਹਿਣ ਲੱਗੇ ਇਸ ਬੰਦੇ ਦੀ ਪ੍ਰਮਾਤਮਾ ਦੇ ਦਿੱਤੇ ਪਰਿਵਾਰ ਨਾਲ, ਪਦਾਰਥਾਂ ਨਾਲ ਇੰਨੀ ਗਹਿਰੀ ਅਟੈਚਮੈਂਟ ਹੈ ਕਿ ਇਸ ਮੋਹ ਦੇ ਅੰਦਰ ਇਹਨੂੰ ਮਾਇਆ ਦੇ ਮੋਹ ਦੇ ਅੰਦਰ ਮੌਤ ਦੀ ਫਾਹੀ ਨਜ਼ਰ ਨਹੀਂ ਆਉਂਦੀ ਹੈ। ਕਰ ਵਿਚਾਰ ਬਿਕਾਰ ਪਰ ਹਰ, ਤਰਨ ਤਾਰਨ ਸੋਏ। ਭਗਤ ਜੀ ਕਹਿਣ ਲੱਗੇ ਵਿਚਾਰ ਕਰਕੇ ਦੇਖ ਵੀ ਅੱਜ ਤੱਕ ਵਿਕਾਰਾਂ ਵਿੱਚੋਂ ਕੁਛ ਮਿਲਿਆ? ਕਾਮ ਨੇ ਕੁਛ ਦਿੱਤਾ? ਆਊਟ ਆਫ ਕੰਟਰੋਲ ਜਦ ਬੰਦਾ ਕਾਮ ਤੋਂ ਬਾਹਰ ਹੋ ਜਾਂਦਾ, ਸੰਜਮ ਤੋਂ ਬਾਹਰ ਹੋ ਜਾਂਦਾ, ਕਾਮ ਨੇ ਸਵਾਏ ਦੁੱਖ ਤੋਂ, ਬੇਇੱਜ਼ਤੀ ਤੋਂ ਕੁਛ ਨਹੀਂ ਦਿੱਤਾ। ਕ੍ਰੋਧ ਨੇ ਕਦੀ ਸ਼ਾਂਤੀ ਦਿੱਤੀ? ਸਗੋਂ ਸ਼ਾਂਤੀ ਖੋਂਦਾ ਹੈ। ਭਗਤ ਜੀ ਦਾ ਇੱਕ ਬਚਨ ਹੈ, ਭਗਤ ਰਵਿਦਾਸ ਜੀ ਦਾ, ਨਾਥ ਕਛੂ ਨਾ ਜਾਨੋ, ਮਨ ਮਾਇਆ ਕੈ ਹਾਥ ਬਿਕਾਨੋ, ਤੁਮ ਕਹੀਤ ਹੋ ਜਗਤ ਗੁਰ ਸੁਆਮੀ। ਹੇ ਮੇਰੇ ਮਾਲਕ ਜੀ, ਤੁਸੀਂ ਜਗਤ ਦੇ ਗੁਰੂ ਹੋ, ਸੁਆਮੀ ਹੋ, ਤੇ ਅਸੀਂ ਕੀ ਹਾਂ? ਹਮ ਕਹੀਤ ਕਲ ਜੁਗ ਕੇ ਕਾਮੀ। ਤੇ ਅਗਲੀ ਪੰਕਤੀ ਹੈ, ਇਨ ਪੰਚਨ ਮੇਰੋ ਮਨ ਜੋ ਵਿਗਾੜਿਓ। ਇਹਨਾਂ ਪੰਜਾਂ ਨੇ ਮੇਰਾ ਮਨ ਵਿਗਾੜ ਕੇ ਰੱਖ ਦਿੱਤਾ। ਇਹਨਾਂ ਪੰਜਾਂ ਨੇ ਮਨ ਨੂੰ ਨਿਸਤ ਨਬੂਦ ਕਰਕੇ ਰੱਖ ਦਿੱਤਾ। ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਇਹਨਾਂ ਵਿਕਾਰਾਂ ਨੇ ਪਲ ਪਲ ਮੈਨੂੰ ਕਾਮ, ਕ੍ਰੋਧ, ਲੋਭ, ਮੋਹ ਵਾਹਿਗੁਰੂ ਜੀ ਤੋਂ ਦੂਰ ਲੈ ਗਏ, ਵਾਹਿਗੁਰੂ ਜੀ ਤੋਂ ਦੂਰ ਲੈ ਗਏ। ਤੇ ਇਹਨਾਂ ਦਿੱਤਾ ਪਤਾ ਕੀ? ਜਦ ਦੇਖੋ, ਜਦੋਂ ਮੈਂ ਦੇਖਦਾ ਕਿ ਇਹਨਾਂ ਵਿਕਾਰਾਂ ਨੇ ਮੈਨੂੰ ਰੱਬ ਤੋਂ ਦੂਰ ਖੜਿਆ, ਪਰ ਮੈਨੂੰ ਉਪਲਬਧੀ ਕੀ ਹੋਈ? ਇਹਨਾਂ ਵਿੱਚੋਂ ਮਿਲਿਆ ਕੀ? ਜਦ ਦੇਖੋ ਤਤ ਦੁੱਖ ਕੀ ਰਾਸ਼ੀ। ਇਹਨਾਂ ਨੇ ਸਵਾਏ ਦੁੱਖ ਤੋਂ ਕੁਛ ਨਹੀਂ ਦਿੱਤਾ। ਪਰ ਕੈਸੇ ਗਜ਼ਬ ਦੀ ਗੱਲ ਹੈ, ਅਜਹੂ ਨਾ ਪਤੀ ਆਏ, ਨਿਗਮ ਭਏ ਸਾਖੀ। ਨਿਗਮ ਦਾ ਅਰਥ ਹੁੰਦਾ ਧਰਮ ਗ੍ਰੰਥ। ਮੈਂ ਧਰਮ ਗ੍ਰੰਥਾਂ ਦੀਆਂ ਸਿੱਖਿਆ ਵੀ ਸੁਣ ਲਈਆਂ। ਹੈਰਾਨੀ ਦੀ ਗੱਲ ਹੈ, ਮਨ ਅਜੇ ਵੀ ਵਿਕਾਰ ਨਹੀਂ ਛੱਡਦਾ। ਗ੍ਰਹਿ ਤਨ ਚ ਬਨ ਖੰਡ ਜਾਈਐ, ਚੁਣ ਖਾਈਐ ਕੰਧਾ, ਅਜਹੂ ਵਿਕਾਰ ਨਾ ਛੋਡੀ। ਘਰ ਛੱਡ ਦਿੱਤਾ, ਜੰਗਲਾਂ 'ਚ ਵਸੇਬਾ ਕਰ ਲਿਆ, ਪਰ ਮਨ ਨੇ ਵਿਕਾਰਾਂ ਨੂੰ ਨਹੀਂ ਛੱਡਿਆ। ਤੇ ਭਗਤ ਕਬੀਰ ਜੀ ਕਹਿਣ ਲੱਗੇ, ਕਰ ਵਿਚਾਰ ਵਿਕਾਰ ਪਰ ਹਰ। ਯਾਦ ਰੱਖੀ, ਵਿਕਾਰ ਤੈਨੂੰ ਰੋਲ ਕੇ ਰੱਖ ਦੇਣਗੇ। ਵਿਚਾਰ ਕਰਕੇ ਦੇਖ, ਸੋਚ ਕੇ ਦੇਖ। ਤਰਨ ਤਾਰਨ ਸੋਏ। ਉਹ ਪ੍ਰਮਾਤਮਾ ਜੀਵਾਂ ਨੂੰ ਵਿਕਾਰਾਂ ਤੋਂ ਪਾਰ ਕਰ ਸਕਦਾ ਹੈ।
ਵਿਕਾਰਾਂ ਤੋਂ ਬਚਣ ਦਾ ਇੱਕ ਹੀ ਤਰੀਕਾ ਜੇ, ਉਹ ਹੈ ਸਤ ਸੰਗ ਵਿੱਚ ਆ ਕੇ ਈਸ਼ਵਰ ਦੇ ਚਰਨਾਂ ਵਿੱਚ ਅਰਦਾਸ ਕਰਨੀ ਤੇ ਨਾਮ ਸਿਮਰਨਾ। ਗੁਰੂ ਗਿਆਨ ਦੇ ਰਾਹੀਂ ਜਿਹੜਾ ਜੀਂਦਾ ਹੈ ਨਾ, ਉਹਨੂੰ ਵਿਕਾਰ ਮਿਟਾ ਨਹੀਂ ਸਕਦੇ। ਹੁਣ ਕਾਮ ਤੋਂ ਬਿਨਾਂ ਸੰਸਾਰ ਚੱਲੇਗਾ ਨਹੀਂ, ਪਰ ਜਦ ਕਾਮ ਬੰਦੇ ਤੇ ਹਾਵੀ ਹੋਏਗਾ, ਕਾਮ ਕ੍ਰੋਧ ਤੇਰੇ ਵਸ ਵਿੱਚ ਹੋਣ, ਇਹ ਸਿਰਜਣਾ ਕਰਨਗੇ। ਤੇ ਜੇ ਤੂੰ ਇਹਨਾਂ ਦੇ ਵਸ ਵਿੱਚ ਆ ਗਿਆ, ਇਹ ਤੈਨੂੰ ਮਿਟਾ ਦੇਣਗੇ। ਗੁਰੂ ਦੇ ਗਿਆਨ ਦੇ ਦੁਆਰਾ ਇਹਨਾਂ ਵਿਕਾਰਾਂ ਤੇ ਅੰਕੁਸ਼ ਲਾ। ਇੱਕ ਗੁਰੂ ਗਿਆਨ ਤੇ ਪ੍ਰਭੂ ਦਾ ਸਿਮਰਨ ਹੈ ਜੋ ਸੰਸਾਰ ਭਵਜਲ ਤੋਂ ਤਾਰ ਸਕਦਾ ਹੈ। ਕਹੇ ਕਬੀਰ ਜਗ ਜੀਵਨ ਆਸਾ, ਦੁਤੀਯ ਨਾਹੀ ਕੋਈ। ਕਹੇ ਕਬੀਰ ਜਗ ਜੀਵਨ ਐਸਾ, ਜਗਤ ਨੂੰ ਜੀਵਨ ਦੇਣ ਵਾਲਾ ਪਰਮਾਤਮਾ। ਇੱਥੇ ਜਗ ਜੀਵਨ ਦਾ ਅਰਥ ਹੈ ਜਗਤ ਨੂੰ ਜੀਵਨ ਦੇਣ ਵਾਲਾ ਪਰਮਾਤਮਾ, ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਪਰਮਾਤਮਾ, ਸਾਰਿਆਂ ਦੀ ਦੇਖ ਰੇਖ ਕਰਨ ਵਾਲਾ ਪਰਮਾਤਮਾ। ਪਤਾ ਕਿਹੋ ਜਿਹਾ ਹੈ? ਦੁਤੀਆ ਨਾਹੀ ਕੋਏ, ਰੱਬ ਵਰਗਾ ਕੋਈ ਹੋਰ ਹੈ ਹੀ ਨਹੀਂ। ਸਾਨੂੰ ਤੇ ਬੜੇ ਸਹਾਰੇ ਨੇ, ਅਸੀਂ ਗੁਰੂ ਨੂੰ ਛੱਡ ਕੇ, ਰੱਬ ਜੀ ਨੂੰ ਛੱਡ ਕੇ ਪਤਾ ਨਹੀਂ ਕਿੱਧਰ ਕਿੱਧਰ ਧੱਕੇ ਖਾਂਦੇ ਫਿਰਦੇ ਹਾਂ। ਮੈਂ ਇੱਕ ਪੰਕਤੀ ਕਹਿ ਕੇ ਆਪ ਜੀ ਕੋਲੋਂ ਖਿਮਾ ਮੰਗਾ। ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਕਹਿਣ ਲੱਗੇ, ਜੈਸੇ ਬਛੜਾ ਬਿਛਰ ਪਰੈ ਆਨ ਗਾਏ ਥਣ। ਗਊ ਦਾ ਬਛੜਾ ਗਊ ਨੂੰ ਛੱਡ ਕੇ ਦੂਸਰੀ ਗਊ ਕੋਲ ਜਾਏ। ਹਾਲਾਂਕਿ ਗਊ ਪੜ੍ਹੀ ਲਿਖੀ ਨਹੀਂ ਹੈ, ਪਰ ਫਿਰ ਵੀ ਉਹਨੂੰ ਪਤਾ ਹੈ ਮੇਰਾ ਹੈ। ਤੇ ਜੇ ਗਊ ਦਾ ਬਛੜਾ ਗਊ ਨੂੰ ਛੱਡ ਕੇ ਦੂਸਰੀ ਗਊ ਕੋਲ ਜਾਏ, ਦੁੱਧ ਪੀਣ ਲਈ ਮਿਲਦਾ? ਦੂਸਰੀ ਗਊ ਦੁੱਧ ਦਿੰਦੀ ਹੈ, ਦੇ ਸਕਦੀ ਆ? ਤੇ ਮਿਲਦਾ ਪਤਾ ਕੀ ਜੇ? ਉਹਨੂੰ ਲੱਤਾਂ ਪੈਂਦੀਆਂ ਨੇ, ਉਹਦਾ ਮੂੰਹ ਸੁੱਜ ਜਾਂਦਾ ਹੈ, ਕਿਉਂਕਿ ਆਪਣੀ ਮਾਂ ਵਰਗੀ ਕੋਈ ਮਾਂ ਨਹੀਂ ਹੋ ਸਕਦੀ। ਹੋ ਸਕਦੀ ਹੈ? ਆਪਣੇ ਪਿਓ ਵਰਗਾ ਕੋਈ ਪਿਆਰ ਨਹੀਂ ਦੇ ਸਕਦਾ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ ਕਿ ਪੜੋਸੀ ਤੇ ਪੜੋਸਣ ਭਾਵੇਂ ਜਿੰਨੇ ਮਰਜ਼ੀ ਚੰਗੇ ਹੋਣ, ਯਾਦ ਰੱਖੀ ਮਾਂ ਬਾਪ ਵਰਗੇ ਨਹੀਂ ਹੁੰਦੇ। ਯਾਦ ਰੱਖੀ ਤੇਰੇ ਗੁਰੂ ਵਰਗਾ ਕੋਈ ਹੋਰ ਗੁਰੂ ਨਹੀਂ ਹੋ। ਸਭ ਤੇ ਵੱਡਾ ਸਤਿਗੁਰੂ ਨਾਨਕ। ਜਿਵੇਂ ਰੱਬ ਵਰਗਾ ਕੋਈ ਨਹੀਂ ਦੂਸਰਾ, ਇਵੇਂ ਤੇਰੇ ਗੁਰੂ ਗ੍ਰੰਥ ਸਾਹਿਬ ਵਰਗਾ ਕੋਈ ਦੂਸਰਾ ਨਹੀਂ। ਤੇ ਜੇ ਪਿਆਰਿਆ ਗਊ ਦਾ ਬਛੜਾ ਦੂਸਰੀ ਗਊ ਕੋਲ ਜਾ ਕੇ ਸੱਟਾਂ ਖਾ ਕੇ ਅਪਮਾਨ ਕਰਾ ਕੇ ਆਪਣੀ ਮਾਂ ਕੋਲ ਆ ਜੇ ਨਾ, ਮਾਂ ਫਿਰ ਗਲੇ ਨਾਲ ਲਾ ਲੈਂਦੀ। ਜੇ ਤੂੰ ਗੁਰੂ ਦਾ ਦਰ ਛੱਡ ਕੇ ਭਟਕ ਚੁੱਕਾ, ਆ ਰੱਬ ਜੀ ਨਾਲ ਜੁੜ ਜਿਹਦੇ ਵਰਗਾ ਕੋਈ ਹੋਰ ਨਹੀਂ, ਉਹ ਫਿਰ ਤੈਨੂੰ ਆਪਣੇ ਗਲੇ ਦੇ ਨਾਲ ਲਾਉਣਗੇ। ਆਖਰੀ ਪੰਕਤੀ ਨੂੰ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਕੋਲੋਂ, ਆਪ ਜੀ ਕੋਲੋਂ ਖਿਮਾ ਦੀ ਜਾਚਨਾ ਹੋਵੇਗੀ। ਗੁਰੂ ਕਿਰਪਾ ਕਰੇ। ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਆਪ ਸੰਗਤਾਂ ਦਾ, ਉਹਨਾਂ ਗੁਰੂ ਪਿਆਰਿਆਂ ਦਾ, ਸਿੰਘ ਸਾਹਿਬ ਜੀ ਹੋਣਾ ਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸੰਯੋਗ ਬਣਾਇਆ ਆਪ ਜੀ ਦੇ ਵਿੱਚ ਬੈਠ ਕੇ ਬਾਣੀ ਦੀ ਵਿਚਾਰ ਕਰਨ ਦਾ। ਇਹ ਉਹਨਾਂ ਸਾਰੇ ਗੁਰੂ ਪਿਆਰਿਆਂ ਦਾ, ਗੁਰੂ ਸਵਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਆਖਰੀ ਪੰਕਤੀ ਪੜ੍ਹੀਏ ਤੇ ਸਤਿਗੁਰੂ ਕੋਲ ਖਿਮਾ ਦੇ ਜਾਚਕ ਹੋਈਏ। ਕਰ ਵਿਚਾਰ ਵਿਕਾਰ ਪਰ ਹਰ, ਤਰਨ ਤਾਰਨ ਸੋਏ। ਕਹੇ ਕਬੀਰ ਜਗ ਜੀਵਨ ਐਸਾ, ਦੁਤੀਆ ਨਾਹੀ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।